نحمدہ و نصلی علی رسولہ الکریم، اما بعد، اعوذ باللہ من الشیطان الرجیم، بسم اللہ الرحمن الرحیم۔ السلام علیکم ورحمۃ اللہ وبرکاتہ۔ میں انتہائی ادنا چی کنیز تے خادمہ دین اسلام ربینہ اکمل تہاڈے نال مخاطب ہاں تے ہن تسی رب سونے دے فضل اور حکم دے نال پارہ نمبر 22 دی سورت سبا اور آیت نمبر 41 دیاں اور اس تو اگے مکمل سورت دی میری کوشش ہے کہ میں تانوں مکمل آیت قرآنی اور ادا ترجمہ اور ادی تفسیر تواڈے سامنے پیش کرن دی سعادت حاصل کراں گی تے تسی اینو سمجھن دی سعادت حاصل کرو گے۔ بسم اللہ الرحمن الرحیم۔ قالوا سبحانک انت ولینا من دونہم بل کانوا یعبدون الجن واکثرهم بهم مؤمنون فالیوم لا یملک بعضکم ببعض نفعا ولا ضرا ونقول للذین ظلموا ذوقوا عذاب النار التي كنتم بها تكذبون واذا تتلى علیہم آیاتنا بینات قالوا ما هذا رجل يريد ان يصدکم اما کان یعبد آباؤکم وقالوا ما هذا الا افق مفترى وقال الذين كفروا للحق لما جاءهم ان هذا الا سحر مبين وما آتيناهم من كتب يدرسونها وما أرسلنا إليهم قبلك من نذير وكذب الذين من قبلهم وما بلغوا معشار ما آتيناهم فكذبوا رسلي فكيف كان نكير قل انما اعظكم بواحدة ان تقوموا لله مثنى وفرادا ثم تتفكروا ما بصاحبكم من جنة ان هو الا نذير لكم بين يدي عذاب شديد قل ما سألتكم من اجر فهو لكم ان اجري الا على الله وهو على كل شيء شهيد قل ان ربي یقذف بالحق علام الغیوب قل جاء الحق وما یبدئ الباطل وما یعید قل ان ضللت فانما اضل على نفسی وان اهتدیت فبما یوحی الی ربی انہ سمیع قریب ولو تری اذ فزعوا فلا فوت وأخذوا من مكان قريب وقالوا آمنا به وأنا لهم مستناوش من مكان بعيد وقالوا آمنا به وأنا لهم مستناوش من مكان بعيد وقد كفروا به من قبل ويقذفون بالغيب من مكان بعيد وحيل بينهم وبين ما يشتهون كما فعل بأشيائهم من قبل انہم کانوا فی شق مریب۔ آکھن گے تو پاک ہے، تو ہی ان دے سوا ساڈا کارساز ہے، بلکہ او تے جنہاں دی عبادت کرتے سی انہاں دے اکثر انہاں تے ایمان رکھتے سی۔ چنانچہ آکھیا جائے گا اج تہاڈا کوئی بھی کسے لئی کسے نفع نقصان دا کچھ بھی اختیار نہیں رکھتا تے اسی انہاں ظالماں مشرکاں نوں آکھاں گے اس اگ دا عذاب چکھو جنوں تسی چٹھلاندے سی۔ اور جدوں انہاں اُتے ساڈیاں واضح آیات تلاوت کیتیاں جاندیاں نے تے او آکھدے نے ਇਹ ਤੇ ਇੱਕ ਐਸਾ ਆਦਮੀ ਹੀ ਹੈ ਜੋ ਚਾਹੁੰਦਾ ਹੈ ਕਿ ਤੁਹਾਨੂੰ ਤੁਹਾਡੇ ਮਾਮੂਦਾਂ ਤੋਂ ਰੋਕ ਦੇਵੇ ਜਿਹਦੀ ਤੁਹਾਡੇ ਬਾਪ ਦਾਦਾ ਇਬਾਦਤ ਕਰਦੇ ਸੀ। ਤੇ ਉਹ ਕਹਿੰਦੇ ਨੇ ਇਹ ਕੁਰਾਨ ਇੱਕ ਘੜਿਆ ਹੋਇਆ ਝੂਠ ਹੀ ਤੇ ਹੈ। ਤੇ ਜਦੋਂ ਇਹਨਾਂ ਕਾਫਰ ਲੋਕਾਂ ਦੇ ਕੋਲ ਹੱਕ ਆਇਆ ਤੇ ਉਹਨਾਂ ਨੇ ਇਹਦੇ ਬਾਰੇ ਚ ਆਖਿਆ ਇਹ ਤੇ ਖੁੱਲਾ ਜਾਦੂ ਏ ਤੇ ਅਸੀਂ ਇਹਨਾਂ ਮੁਸ਼ਰਕੀਨ ਅਰਬ ਨੂੰ ਕੋਈ ਕਿਤਾਬਾਂ ਨਹੀਂ ਦਿੱਤੀਆਂ ਸੀ ਕਿ ਉਹ ਇਹਨਾਂ ਨੂੰ ਪੜ੍ਹਦੇ ਹੋਣ ਤੇ ਅਸੀਂ ਤੇ ਤੁਹਾਡੇ ਤੋਂ ਪਹਿਲੇ ਇਹਨਾਂ ਦੀ ਤਰਫ ਕੋਈ ਡਰਾਵਣ ਵਾਲਾ ਵੀ ਨਹੀਂ ਭੇਜਿਆ ਔਰ ਇਹਨਾਂ ਤੋਂ ਪਹਿਲੇ ਤੇ ਲੋਕਾਂ ਨੂੰ ਵੀ ਇਹੋ ਗੱਲ ਸੀ ਕਿ ਉਹ ਹੱਕ ਨੂੰ ਝੁਠਲਾਇਆ ਸੀ ਜਦਕਿ ਇਹ ਤੇ ਇਹਦੇ 10ਵੇਂ ਹਿੱਸੇ ਤੋਂ ਵੀ ਨਹੀਂ ਪਹੁੰਚਦੇ ਜਿਹੜੇ ਅਸੀਂ ਇਹਨਾਂ ਨੂੰ ਦਿੱਤਾ ਹੈ। ਬਸ ਉਹਨਾਂ ਨੇ ਮੇਰੇ ਰਸੂਲਾਂ ਨੂੰ ਝੁਠਲਾਇਆ ਤੇ ਕੈਸਾ ਹੋਇਆ ਇਹਨਾਂ ਉੱਤੇ ਮੇਰਾ ਇਬਰਤਨਾਕ ਅਜ਼ਾਬ। ਤੁਸੀਂ ਆਖਦੇ ਹੋ ਬਸ ਮੈਂ ਤੇ ਤੁਹਾਡੀ ਇੱਕ ਗੱਲ ਦੀ ਨਸੀਹਤ ਕਰਨਾ ਵਾ ਤੁਹਾਨੂੰ ਕਿ ਤੁਸੀਂ ਅੱਲਾਹ ਲਈ ਦੋ ਤੇ ਇੱਕ ਹੋ ਕੇ ਖੜੇ ਹੋ ਜਾਓ। ਫਿਰ ਤੁਸੀਂ ਗੌਰ ਕਰੋ ਤੁਹਾਡੇ ਸਾਥੀ ਨਬੀ ਦੇ ਵਿੱਚ ਕੋਈ ਦੀਵਾਨਗੀ ਦੀ ਗੱਲ ਹੈ? ਉਹ ਤੇ ਸਿਰਫ ਤੁਹਾਨੂੰ ਇੱਕ ਸਖਤ ਅਜ਼ਾਬ ਦੇ ਆਮਨ ਤੋਂ ਪਹਿਲੇ ਡਰਾਉਂਦਾ ਹੈ। ਤੁਸੀਂ ਆਖਦੇ ਹੋ ਮੈਂ ਤੇ ਤੁਹਾਡੇ ਕੋਲੋਂ ਜੋ ਕੋਈ ਸਿਲਾ ਮੰਗਿਆ ਹੋਏ ਤਾਂ ਉਹ ਵੀ ਤੁਹਾਡੇ ਹੀ ਲਈ। ਮੇਰਾ ਸਿਲਾ ਤੇ ਅੱਲਾਹ ਦੇ ਜ਼ਿੰਮੇ ਵਿੱਚ ਉਹ ਹਰ ਸ਼ੈ ਉੱਤੇ ਸ਼ਾਹਿਦ ਹੈ। ਤੁਸੀਂ ਆਖਦੇ ਹੋ ਬਿਲਾ ਸ਼ੁਬਾ ਮੇਰਾ ਰੱਬ ਹੀ ਪੈਗੰਬਰ ਹੱਕ ਗੱਲ ਪਾਉਂਦਾ ਹੈ ਤੇ ਛੁਪੀ ਹੋਈ ਗੱਲਾਂ ਨੂੰ ਵੀ ਜਾਣਦਾ ਹੈ। ਤੇ ਤੁਸੀਂ ਆਖਦੇ ਹੋ ਹੱਕ ਆ ਗਿਆ ਤੇ ਬਾਤਲ ਨਾ ਪਹਿਲੀ ਵਾਰ ਉਭਰਿਆ ਤੇ ਨਾ ਦੁਬਾਰਾ ਉਭਰੇਗਾ।
ਤੁਸੀਂ ਆਖਦੇ ਹੋ ਅਗਰ ਮੈਂ ਬਹਿਕਾ ਹੋਇਆ ਵਾਂ ਤੇ ਬਿਲਾਸ਼ੁਬਾ ਮੇਰੇ ਬਹਿਕਣ ਦਾ ਵਬਾਲ ਮੇਰੇ ਉੱਤੇ ਹੋਏਗਾ, ਤੇ ਅਗਰ ਮੈਂ ਹਦਾਇਤ ਉੱਤੇ ਆ ਤੇ ਇਹ ਇਸ ਵਹੀ ਦੀ ਵਜ੍ਹਾ ਦੇ ਨਾਲ ਏ ਜਿਹੜਾ ਮੇਰਾ ਰੱਬ ਮੇਰੀ ਤਰਫ ਕਰਦਾ ਏ। ਬੇਸ਼ੱਕ ਉਹ ਖੂਬ ਸੁਣਨ ਵਾਲਾ ਤੇ ਨਹਾਇਤ ਹੀ ਕਰੀਬ ਏ। ਆਕਾਸ਼ ਤੁਸੀਂ ਵੇਖੋ ਜਿੱਦੋਂ ਘਬਰਾਏ ਹੋਏ ਹੁੰਦੇ ਨੇ ਤੇ ਉਹ ਦੌੜ ਕੇ ਬਚ ਕੇ ਨਾ ਨਿਕਲ ਸਕਣਗੇ ਤੇ ਉਹ ਕਰੀਬ ਹੀ ਦੀ ਜਗ੍ਹਾ ਤੋਂ ਫੜ ਲਵੇ ਜਾਣਗੇ, ਔਰ ਉਹ ਆਖਣਗੇ ਹੁਣ ਅਸੀਂ ਇਹਦੇ ਉੱਤੇ ਈਮਾਨ ਲਿਆਏ ਤੇ ਇਹਨਾਂ ਲਈ ਦੂਰ ਦੀ ਜਗ੍ਹਾ ਏ ਈਮਾਨ ਦਾ ਹਸੂਲ ਇਹਨਾਂ ਕੋਲੋਂ ਕਿੱਥੇ ਮੁਮਕਿਨ ਹੋਏਗਾ। ਹਾਲਾਂਕਿ ਉਹਨਾਂ ਨੇ ਇਸ ਤੋਂ ਪਹਿਲੇ ਦੁਨੀਆ ਦੇ ਵਿੱਚ ਇਹਦਾ ਇਨਕਾਰ ਕੀਤਾ ਸੀ ਤੇ ਉਹ ਦੂਰ ਦੀ ਜਗ੍ਹਾ ਤੋਂ ਬਿਨ ਵੇਖੇ ਹੀ ਤੀਰ ਸੁੱਟਦੇ ਰਹੇ ਤੇ ਇਹਨਾਂ ਦੇ ਚੀਜ਼ਾਂ ਦੇ ਦਰਮਿਆਨ ਜਿਨ੍ਹਾਂ ਨੂੰ ਉਹ ਚਾਹੁੰਦੇ ਸੀ ਇੱਕ ਆੜ ਹਾਇਲ ਕਰ ਦਿੱਤੀ ਜਾਵੇਗੀ, ਜਿਸ ਤਰ੍ਹਾਂ ਇਹਦੇ ਤੋਂ ਪਹਿਲੇ ਇਹਨਾਂ ਵਰਗਿਆਂ ਦੇ ਨਾਲ ਕੀਤਾ ਗਿਆ ਸੀ। ਬਿਲਾਸ਼ੁਬਾ ਉਹ ਐਸੇ ਸ਼ੱਕ ਵਿੱਚ ਮੁਬਤਲਾ ਸੀ ਜਿਹੜੇ ਤਰੱਦਦ ਪਾਉਣ ਵਾਲਿਆਂ ਵਿੱਚੋਂ ਸੀ। ਇਹਨਾਂ ਆਇਤ ਕਰੀਮਾਂ ਦੇ ਵਿੱਚ ਆਖਿਆ ਗਿਆ ਹੈ ਕਿ ਬਹੁਤ ਸੇ ਲੋਕ ਨੇ ਜਿਹੜੇ ਰੱਬ ਸੋਨੇ ਨੂੰ ਝੂਠਾ ਸਮਝਦੇ ਨੇ, ਉਹਦਾ ਕਿ ਵਜੂਦ ਤੋਂ ਇਨਕਾਰ ਕਰਦੇ ਨੇ, ਤੇ ਉਹਦੇ ਨਬੀਆਂ ਨੂੰ ਵੀ ਝੂਠਾ ਸਮਝਦੇ ਨੇ ਤੇ ਉਹਦੇ ਕੁਰਾਨ ਨੂੰ ਵੀ ਝੂਠਾ ਸਮਝਦੇ ਨੇ। ਤੇ ਅੱਲਾਹ ਪਾਕ ਨੇ ਫਰਮਾਇਆ ਕਿ ਇਹ ਜਿਹੜੀ ਕੁਫਾਰੇ ਮੱਕਾ ਨੇ ਇਸ ਤੋਂ ਪਹਿਲੇ ਐਡੇ ਵੱਡੇ ਲੋਕਾਂ ਜਿਨ੍ਹਾਂ ਨੂੰ ਮੈਂ ਇੰਨਾ ਕੁਝ ਦਿੱਤਾ ਸੀ ਕਿ ਇਹ 10ਵੇਂ ਹਿੱਸੇ ਨੂੰ ਵੀ ਨਹੀਂ ਪਹੁੰਚਦੇ। ਤੁਹਾਨੂੰ ਸੂਰਤ ਸਬਾ ਦੇ ਵਿੱਚ ਹਜ਼ਰਤ ਦਾਊਦ ਅਲੈਹਿਸਲਾਮ ਦੀ ਸਲਤਨਤ, ਹਜ਼ਰਤ ਸੁਲੇਮਾਨ ਅਲੈਹਿਸਲਾਮ ਦੀ ਸਲਤਨਤ ਦੇ ਬਾਰੇ ਦੱਸਿਆ ਸੀ। ਤੇ ਇਹਨਾਂ ਦੇ ਇਹ ਜਿਹੜੇ ਕੁਫਾਰੇ ਮੱਕਾ ਨੇ ਉਹਨਾਂ ਦੀ ਸਲਤਨਤ ਜਿਹਨੇ ਲੋਕਾਂ ਨੂੰ ਦਿੱਤੀ ਗਈ, ਔਰ ਉਹਨਾਂ ਦੇ ਜਿਹਨੇ ਇਨਕਾਰ ਕਰਨ ਵਾਲੇ ਲੋਕ ਸਨ ਉਹ ਵੀ ਬੜੇ ਹੀ ਵੱਡੇ ਸਰਦਾਰ ਟਾਈਪ ਕਾਫਰ ਸਨ। ਤੇ ਇਹ ਜਿਹੜੇ ਲੋਕ ਸਨ ਕੁਫਾਰੇ ਮੱਕਾ ਜਿਹੜੇ ਪਹਾੜਾਂ ਤੇ ਰਹਿੰਦੇ ਸਨ ਤੇ ਊਂਠਾਂ ਦੇ ਸਫ਼ਰ ਕਰਦੇ ਸੀ, ਇਹ ਤੇ ਉਹਨਾਂ ਦੀ ਦੌਲਤ ਤੇ ਇਕਤਦਾਰ ਦੇ 10ਵੇਂ ਹਿੱਸੇ 'ਚ ਵੀ ਨਹੀਂ ਜਿਹੜੇ ਤੁਹਾਨੂੰ ਝੁਠਲਾਉਂਦੇ ਨੇ। ਤੇ ਜੇ ਅਗਰ ਅਸੀਂ ਉਹਨਾਂ ਦੀਆਂ ਕੌਮਾਂ ਨੂੰ, ਸਬਾ ਦੀ ਕੌਮ ਨੂੰ, ਕੌਮੇ ਆਦ ਨੂੰ, ਕੌਮੇ ਲੂਤ ਨੂੰ, ਕੌਮੇ ਸਮੂਦ ਨੂੰ ਜੜ ਤੋਂ ਖੇਡ ਦਿੱਤਾ ਹੈ ਤੇ ਉਹਨਾਂ ਦੇ ਇਬਰਤ ਦੇ ਨਿਸ਼ਾਨ ਦੁਨੀਆ ਤੇ ਬਣਾ ਦਿੱਤੇ ਨੇ, ਜਿਹੜੇ ਬੜੇ ਹੀ ਫਖਰ ਕਰਦੇ ਸਨ ਆਪਣੇ ਪਹਾੜਾਂ ਵਰਗੇ ਉੱਚੇ ਮਕਾਨਾਂ ਉੱਤੇ ਤੇ ਆਪਣੀ ਬੇਹਿਸਾਬ ਦੌਲਤ, ਵਸੀਓ ਅਰੀਜ਼ ਬੇਹਿਸਾਬ ਬਾਗਾਂ ਦੇ ਫਲਾਂ ਦੇ ਉੱਤੇ ਤੇ ਆਪਣੀਆਂ ਖੁਸ਼ਹਾਲੀਆਂ ਦੇ ਉੱਤੇ ਤੇ ਤਕੱਬਰ ਕਰਦੇ ਸਨ ਤੇ ਨੂਹ ਦੇ ਨਾਲ ਤਕੱਬਰ ਕਰਦੇ ਸਨ, ਕਸ਼ਤੀ ਬਣਾਉਂਦੇ ਸਨ ਤੇ ਉਹਨਾਂ ਦਾ ਮਜ਼ਾਕ ਉਡਾਉਂਦੇ ਸੀ। ਤੇ ਅਗਰ ਮੈਂ ਉਹਨਾਂ ਨੂੰ ਸਾਰਿਆਂ ਨੂੰ ਖਤਮ ਕਰ ਦਿੱਤਾ ਹੈ ਤੇ ਇਹ ਕੁਫਾਰੇ ਮੱਕਾ ਜਿਹੜਾ ਛੋਟੀ ਜਿਹੀ ਬਸਤੀ ਪਹਾੜਾਂ ਦੀ ਹੈ, ਇਹ ਲੋਕੀ ਕੀ ਚੀਜ਼ ਨੇ ਕਿ ਅਗਰ ਇਹਨਾਂ ਨੇ ਮੇਰੇ ਰਸੂਲ ਨੂੰ ਝੁਠਲਾਇਆ ਤੇ ਕਿ ਮੈਂ ਇਹਨਾਂ ਨੂੰ ਖਤਮ ਨਹੀਂ ਕਰ ਸਕਦਾ। ਤੇ ਇਹ ਕਾਸ਼ ਤੁਸੀਂ, ਫਿਰ ਰੱਬ ਸੋਨੇ ਨੇ ਆਖਿਆ ਕਿ ਕਾਸ਼ ਤੁਸੀਂ ਉਸ ਵਕਤ ਵੇਖ ਸਕੋ ਜਦੋਂ ਇਹਨਾਂ ਤੇ ਫਰਿਸ਼ਤੇ ਇਹਨਾਂ ਦੀ ਜਾਨ ਕੱਢਦੇ ਨੇ ਤੇ ਫਿਰ ਜਦੋਂ ਫਰਿਸ਼ਤਿਆਂ ਨੂੰ ਵੇਖਦੇ ਨੇ ਤੇ ਆਂਦੇ ਨੇ ਹੁਣ ਅਸੀਂ ਈਮਾਨ ਲਿਆਏ ਹਾਂ, ਕਿਉਂਕਿ ਉਹ ਫਰਿਸ਼ਤੇ ਇਹਨਾਂ ਦੀਆਂ ਪਿੱਠਾਂ ਤੇ ਇਹਨਾਂ ਦੇ ਮੂੰਹ ਤੇ ਅੱਗ ਦੇ ਕੋੜੇ ਮਾਰਦੇ ਨੇ ਤੇ ਡੁੱਬ ਕੇ ਇਹਨਾਂ ਦੇ ਜਿਸਮਾਂ ਦੇ ਵਿੱਚੋਂ ਜਾਨ ਕੱਢਦੇ ਨੇ। ਤੇ ਫਿਰ ਜਦੋਂ ਅਜ਼ਾਬ ਵੇਖਦੇ ਨੇ ਕਿ ਇਹ ਅਜ਼ਾਬ, ਇਹ ਆਤਸ਼ੀ ਲਿਬਾਸ ਲੈ ਕੇ ਸਾਡੇ ਵਾਸਤੇ ਖਲੋਤੇ ਨੇ ਔਰ ਸਾਨੂੰ ਕੋੜੇ ਮਾਰ ਰਹੇ ਨੇ, ਤੇ ਫਿਰ ਕਹਿੰਦੇ ਨੇ ਹੁਣ ਅਸੀਂ ਕਲਮਾ ਪੜ੍ਹ ਲੈਂਦੇ ਹਾਂ। ਤੇ ਉਸ ਵਕਤ ਦਾ ਕਲਮਾ ਜਦੋਂ ਤੁਸੀਂ ਅਜ਼ਾਬ ਵੇਖ ਕੇ ਪੜ੍ਹੋ ਤੇ ਉਹ ਫਾਇਦਾ ਨਹੀਂ ਦਿੰਦਾ। ਤੇ ਇਸੇ ਇਹੀ ਅੱਲਾਹ ਤਾਲਾ ਨੇ ਇਸ ਸੂਰਤ ਦੇ ਵਿੱਚ ਦੱਸਿਆ ਹੈ ਕਿ ਜਿਹੜੇ ਮੁਸ਼ਰਕੀਨ ਨੇ ਉਹ ਦੂਜੇ ਆਪਣੇ ਤੋਂ ਵੱਡੇ ਜਿਹੜੇ ਖੁਸ਼ਹਾਲ ਲੋਕ ਨੇ ਉਹਨਾਂ ਨੂੰ ਕਹਿਣਗੇ ਅਸੀਂ ਤੁਹਾਡੀ ਵਜ੍ਹਾ ਨਾਲ ਮੁਸ਼ਰਕ ਹੋਏ, ਤੇ ਉਹ ਆਖਣਗੇ ਕਿ ਤੁਸੀਂ ਨਹੀਂ ਸੀ ਵੇਖਦੇ ਕਿ ਇਹ ਜ਼ਮੀਨ ਅਸਮਾਨ ਕਿਨੇ ਬਣਾਇਆ ਤੇ ਤੁਸੀਂ ਵੀ ਸਾਡੇ ਵਰਗੇ ਹੀ ਮੁਜਰਮ ਹੋ। ਤੇ ਫਿਰ ਉਹ ਆਪਸ 'ਚ ਹੀ ਲੜਨਗੇ, ਉਹ ਆਖਣਗੇ ਨਹੀਂ ਤੁਸੀਂ ਸਾਡੇ ਤੇ ਚਾਲਾਂ ਪਾਉਂਦੇ ਸੀ, ਸਾਜ਼ਿਸ਼ਾਂ ਕਰਦੇ ਸੀ, ਅਸੀਂ ਕਮਜ਼ੋਰ ਸੀ, ਅਸੀਂ ਤੁਹਾਡੇ ਅੱਗੇ ਮਜਬੂਰ ਹੋ ਗਏ। ਤੇ ਰੱਬ ਸੋਨਾ ਫਿਰ ਆਖੇਗਾ ਕਿਆ ਮੇਰੀ ਜ਼ਮੀਨ ਵਸੀ ਨਹੀਂ ਸੀ, ਤੁਸੀਂ ਉਤੋਂ ਹਿਜਰਤ ਕਿਉਂ ਨਹੀਂ ਕੀਤੀ ਜਿੱਥੇ ਤੁਸੀਂ ਆਪਣੀ ਈਮਾਨ ਦੀ ਹਿਫਾਜ਼ਤ ਕਰ ਸਕਦੇ। ਤੇ ਤੁਸੀਂ ਜਾਣਦਾ ਹੀ ਹੋਏਗਾ ਅਸਹਾਬੇ ਕਹਫ ਦਾ ਵਾਕਿਆ, ਜਿਹੜੇ ਆਪਣੇ ਈਮਾਨ ਨੂੰ ਬਚਾਉਣ ਲਈ ਕਿ ਉਹ ਜਿਹੜਾ ਬਾਦਸ਼ਾਹ ਸੀ ਉਸ ਵਕਤ ਦਾ ਉਹ ਆਪਣੇ ਆਪ ਨੂੰ ਸਜਦਾ ਕਰਵਾਉਂਦਾ ਸੀ ਤੇ ਜਿਹੜਾ ਵੀ ਖੁਦਾ ਨੂੰ ਮੰਨਦਾ ਸੀ ਉਹਨੂੰ ਕਤਲ ਕਰਵਾ ਦਿੰਦਾ ਸੀ। ਤੇ ਉਹਨੂੰ ਉਹ ਅੱਲਾਹ ਤਾਲਾ ਨੇ ਉਹਨਾਂ ਨੂੰ ਕਿਸ ਤਰ੍ਹਾਂ ਉਹਨਾਂ ਦੀ ਹਿਫਾਜ਼ਤ ਕੀਤੀ ਔਰ ਦੁਨੀਆ ਲਈ ਉਹਨਾਂ ਨੂੰ ਕਿੰਨੀ ਇੱਜ਼ਤ ਵਾਲੀ ਨਿਸ਼ਾਨੀ ਬਣਾਇਆ ਤੇ ਕੁਰਾਨ ਦਾ ਹਿੱਸਾ ਬਣਾਤਾ ਕਿ ਉਹਨਾਂ ਨੇ ਆਪਣੇ ਦੀਨ ਨੂੰ ਬਚਾਉਣ ਦੀ ਖਾਤਰ ਉਹ ਮੁਲਕ ਛੱਡਿਆ। ਉਹ ਚੰਦ ਨੌਜਵਾਨ ਸਨ। ਤੇ ਇਹੋ ਰੱਬ ਕਹੇਗਾ ਕਿ ਅਗਰ ਜਿੱਥੇ ਤੁਹਾਡੇ ਦੀਨ ਨੂੰ ਨੁਕਸਾਨ ਪਹੁੰਚਦਾ, ਤੁਸੀਂ ਦੀਨ ਦੇ ਮੁਤਾਬਿਕ ਜ਼ਿੰਦਗੀ ਨਹੀਂ ਗੁਜ਼ਾਰ ਸਕਦੇ ਤੇ ਤੁਸੀਂ ਉੱਥੋਂ ਹਿਜਰਤ ਕਿਉਂ ਨਹੀਂ ਕਰਦੇ? ਕਿਆ ਮੇਰੀ ਜ਼ਮੀਨ ਵਸੀ ਨਹੀਂ ਸੀ? ਤੇ ਨਾ ਕਿ ਤੁਸੀਂ ਮਜਬੂਰ ਹੋ ਕੇ ਕਹੋ ਕਿ ਨਹੀਂ ਜੀ ਅਸੀਂ ਮਜਬੂਰ ਹਾਂ, ਇਸੇ ਲਈ ਅਸੀਂ ਵੀ ਸ਼ਿਰਕ ਤੇ ਆ ਗਏ ਕਿਉਂਕਿ ਸਾਡੇ ਵੱਡੇ ਕਰਦੇ ਸੀ, ਜਾਂ ਉਹ ਰਿਵਾਜ ਐਸਾ ਸੀ ਕਿ ਤੁਸੀਂ ਸ਼ਿਰਕ ਕਰੋ ਤਾਂ ਅਸੀਂ ਵੀ ਸ਼ਿਰਕ ਕਰਦੇ ਸੀ। ਤੇ ਇਹ ਜਿਹੜੀਆਂ ਕਮਜ਼ੋਰ ਤਾਵੀਲਾਂ ਨੇ ਇਹ ਉੱਥੇ ਨਹੀਂ ਚੱਲਣਗੀਆਂ। ਜਦੋਂ ਰੱਬ ਸੋਨਾ ਆਖੇਗਾ ਕਿ ਤੁਸੀਂ ਮੇਰੀ ਖਾਤਰ ਫਿਰ ਕੀ ਕੀਤਾ, ਤੁਸੀਂ ਸ਼ਿਰਕ ਤੋਂ ਬਚਣ ਲਈ ਕੀ ਮੁਸ਼ਕਲਾਤ ਸਹੀਆਂ ਕਿ ਨਹੀਂ ਇਹ ਰੱਬ ਸੋਨੇ ਨੂੰ ਪਸੰਦ ਨਹੀਂ, ਤੁਸੀਂ ਤੇ ਉਹਨਾਂ ਵਰਗੇ ਹੀ ਹੋ ਗਏ ਨਾ। ਆਪਣੇ ਆਪ ਨੂੰ ਤੁਸੀਂ ਬਚਾਇਆ, ਆਪਣੇ ਮਾਲ ਨੂੰ ਬਚਾਇਆ, ਆਪਣੀ ਜਾਨ ਨੂੰ ਬਚਾਇਆ ਤੇ ਤੁਸੀਂ ਆਖਿਆ ਕਿ ਠੀਕ ਹੈ ਜੀ ਜੋ ਬਾਕੀ ਕਰਦੇ ਨੇ ਅਸੀਂ ਵੀ ਕਰਨੇ ਆ, ਤੇ ਤੁਸੀਂ ਕੋਈ ਅਲੱਗ ਕੰਮ ਤੇ ਨਹੀਂ ਕੀਤਾ, ਲਿਹਾਜ਼ਾ ਤੁਸੀਂ ਸਾਰੇ ਹੀ ਮੁਜਰਮ ਹੋ, ਤੁਸੀਂ ਸਾਰੇ ਹੀ ਅੱਜ ਜਿਹੜਾ ਅਜ਼ਾਬ ਦਾ ਮਜ਼ਾ ਚੱਖੋਗੇ। ਤੇ ਇਹ ਸੂਰਤ ਦੇ ਵਿੱਚ ਸਾਨੂੰ
دسیا گیا ہے اللہ پاک سانو سیدھے اور سچے راستے تے رکھے اور اپنے بہت ہی فرما بردار لوکاں دے وچ ساڈا نام لکھے اور ساڈا خاتمہ ایمان تے کرے اور سانو ہر وہ کام کرن دی توفیق ہمت اور وسائل دے اور وقت دے زندگی دے کہ ساڈے کام انہوں پسند آ جان تے سانو وہ بخش دے. آمین یا رب العالمین. صدق اللہ العظیم. اعوذ باللہ من الشیطان الرجیم. بسم اللہ الرحمن الرحیم. تے ہن اللہ پاک تے بہت ہی خاص الخاص فضل اور تے حکم دے نال تسی پارہ نمبر 22 دی سورت فاطر دیاں آیت تلاوت قرآن پاک ادا ترجمہ تے ادی تفسیر سنن دی سعادت حاصل کرو گے. اور سورت فاطر دے بارے میں تانوں کچھ ابتدائی معلومات دے دیاں کہ جدوں میں ادا ترجمہ پڑھا تے تسی اچھی طریقے نال سمجھ سکو کہ دے کیڑے کیڑے مضامین بیان کیتے گئے نے. ایدیاں جڑیاں آیات نے وہ کل 45 آیات نے تے ایدے 5 رکوع نے تے ایدے وچ رب سونے نے جڑا پیغام دیتا ہے یہ سورت مکی ہے تے او اے کہ فرشتے جڑے نے اللہ دے صرف پیغام رسانی لئی اللہ تعالیٰ دے کام کرتے نے تے او مختلف کماں واسطے مقرر نے. ہر فرشتے دا ایک اپنا کام ہے تے اللہ تعالیٰ شیطان دے بارے دے وچ دسیا کہ یہ تڑا کھلا دشمن ہے تے یہ جڑا چاہتا ہے کہ میں بھی دوزخی ہاں تے دوزخ ہی دے نال اے سارے بندیاں نو سارے جنہاں نو اپنے نال ہی لے جاں. اللہ تعالیٰ نے پھر اس صورت دے وچ اپنی رحمت دے بارے دے وچ نشانیاں دسیاں نے کہ ہوا تے غور کرو جڑے بدلاں نو کٹھی کردی ہے پھر بارش برساندی ہے پھر بے جان زمین دے وچ جان پی جاندی ہے. اسی طرح میں انسان نو بھی دوبارہ زندہ کرن دی قدرت دیواں گا تو وہ زندہ ہو جائے گا. تے اسی طرح اللہ تعالیٰ نے صالح اعمال دے بارے اس صورت دے وچ دسیا ہے کہ جڑا اللہ تعالیٰ دی نظر دے وچ اعلیٰ مقام ہے وہ انسان دا تقوی تے پرہیزگاری ہے. مال و دولت یا بیٹے یا اولاد یا اقتدار نہیں بلکہ ادا تقوی تو دی پرہیزگاری. تے کافراں تے مسلماناں دی مثال نو رب سونے نے ایک انے تے ایک اکھاں والے دے برابر دسی ہے کہ ایک وہ ہے جڑا سب کچھ دیکھ رہا ہے تے ایک ہے جنوں کچھ نظر ہی نہیں آتا تو دونوں برابر تے نہیں ہو سکتے نا. اس طرح رب سونے نے اس سورت دیاں مختلف آیات دے وچ اپنی مختلف نشانیاں بیان کر کر کے تے سمجھان دی کوشش کیتی ہے کہ تسی اللہ تعالیٰ تے ایمان رکھو. پھر مزید ہے یہ وچ اسی پڑھ کے سانو پتہ لگے گا کہ ہدایت جدوں مسلمان پا لیندے نے یا جڑے لوکاں نو رب سونا ایمان دی دولت نال نواز دیندا ہے تے انہاں نو 3 طبقیاں دے وچ تقسیم کرتا ہے. ایک وہ لوگ ہوندے نے کہ اپنے نفس دے اوتے ظلم کرن والے سزا تو بعد وہ جنت جاون گے. یعنی ایسے مسلمان نبی کریم صلی اللہ علیہ وآلہ وسلم دی امت دے اے امت دی گل ہے کہ جڑے اپنے نفس دے ظلم کرن والے نے کیونکہ انسان جدوں گناہ کردا ہے نا تو وہ اپنے آپ تے ظلم کردا ہے کسی نال کچھ نہیں کردا وہ اپنے آپ تے ظلم کردا ہے تے یہ جدوں ظلم دی سزا پالن گے تے پھر جنت جان گے. مگر جڑے عملاً کمزور نے تے مومن نے پر گناہگار نے وہ مسلمان بھی نے مومن بھی نے نمازاں بھی پڑھتے نے روزے بھی رکھتے نے خیرات بھی کرتے نے حج بھی کرن جاندے نے پر وہ گناہگار نے اور مجرم نے لیکن باغی نہیں. ایک چیز تے غور کرو وہ سب ملزم ہو سکتے ہیں مجرم ہو سکتے ہیں لیکن باغی نہیں. مسلمان اور مومن کدی باغی نہیں ہوندا. باغی دا مطلب ہے کہ اللہ نو نہ مننا روز آخرت نو نہ مننا نبی کریم صلی اللہ علیہ وآلہ وسلم نو نہ مننا قرآن پاک نو نہ مننا انہوں کہندے نے باغی. لیکن اے مسلمان جڑے ساریاں گلاں تے یقین تے کردے نے پر بڑے گناہ بھی کردے نے ملاوٹ بھی کردے نے تے فحشی تے کماں وچ بھی جاندے نے تے رزق بھی حلال حرام دے تمیز نہیں کردے تے سود تے پیسے بھی کھا لیندے نے تے لوکاں دے حقوق بھی ادا نہیں کردے جائیداد دے بھی حقوق مار لیندے نے تے گھر دے وچ بھی باہر دے وچ بھی معاشرے دے وچ بھی تکبر نال ٹردے نے یا دولت تے فخر کردے نے. اے سارے مجرم نے تے جنہ کسی نے گناہ کیتا ہوئے گا نا وہ اپنی سزا پاوے گا. سزا پاون تو بعد اللہ تعالیٰ نو جنت وچ بھیجے گا اور اس جنت جیڑی ہے وہ صرف مسلماناں لئی ہے. کافر چونکہ وہ اللہ دا ہی انکار کردے نے وہ سرے تو آخرت دا ہی انکار کردے نے قرآن دا ہی انکار کردے نے تے انہاں وہ پاویں جننے بھی چنگے کام کر لین جننے بھی ہسپتال بنا لین مدرسے بنا لین کچھ بھی بنا لین انہاں دے اللہ تعالیٰ اعمال دی ساری جزا انہوں ایسے دنیا چ دے دیندا ہے تے آخرت دے وچ ادا کوئی حصہ نہیں ہوندا. لیکن جڑا مومن اور مسلمان ہوندا ہے انہوں نو سزا ضرور ملدی ہے لیکن انہاں دا جا آخر انجام ہے وہ جنت ہے تے جبکہ کافر دا جڑا انجام ہے وہ صرف آگے. تے دوجے او لوگ نے جڑا درمیانی رستہ اختیار کرتے ہیں فرما بردار بھی نے تے خطا کار بھی نے اپنے نفس نو بے لگام تے انہوں نے نہیں چھڑ دے انہوں اللہ دا متی بناون دی کوشش کرتے ہیں تے لیکن کدی کدی گناہ بھی کر لیندے نے. محاسبہ انہاں دا ہوئے گا مگر ہلکا پھر وہ جنت جان گے تے تعداد پہلے گروہ نال گھٹ ہوئے گی تیسرے تو زیادہ ہوئے گی. تیسرا گروہ کیڑا ہے وہ نیکیاں دے وچ سبقت کرن والے
یعنی بڑھ بڑھ کے نیکیاں کرن والے، بغیر حساب کتاب جنت جان گے، دین حق اتے قائم رہن والے، ہر حال دے وچ اللہ دا شکر ادا کرن والے، بھروسہ رب سونے تے کرن والے، اے او گروہ ہے جدے تے اللہ تعالیٰ دا خاص فضل ہے، لیکن اے تعداد چ سب تو گھٹ ہون گے۔ انہاں چوں زیادہ تعداد پہلے لوکاں دی ہوئے گی، نبی کریم صلی اللہ علیہ وآلہ وسلم دے زمانے دے لوگ، تے گھٹ تعداد انہاں تے بعد دے دور دی ہوئے گی۔ تے کافراں دا مقام جہنم ہے جتھوں ہمیشہ رہن گے تے سزا پاون گے۔ تے کافر ہمیشہ ہی نبیاں دا انکار کردے سی تے انہاں نوں تکلیفاں دیندے رہے سی، تے اللہ نے اہل عرب تو زیادہ طاقتور قوماں نوں صرف اسے وجہ نال تباہ کیتا سی کہ او نبیاں دا انکار کردے سی اور انہاں نوں تکالیف دیندے سی، تے اللہ نے کافراں نوں بڑی مہلت دتی سی، تے وقت ختم ہون تو بعد او ہن اپنے اعمال دے ذمہ دار خود ہون گے۔ اے مضامین نے جڑے اس سورت فاتح اللہ تعالیٰ سورت فاتح دے وچ بیان فرمان گے، تے اسی ہن آیات دی روشنی دے وچ ادا ترجمہ پڑھاں گے، پھر اودی جتھے میں ضرورت سمجھاں گی کہ اینوں تشریح دی ضرورت ہے اس ترجمے نوں، تو اوتھے میں ضرور تشریح کر داں گی، اور اس تشریح دی ہی گل نوں مد نظر رکھتے ہوئے میں تانوں پہلے مضامین دا مختصر خلاصہ دسیا ہے۔ بسم اللہ الرحمن الرحیم۔ الحمدللہ فاطر السماوات والارض جاعل الملائکۃ رسلا اولی اجنحۃ مثنی وثلاث ورباع یزید فی الخلق ما یشاء ان اللہ علی کل شیء قدیر۔ ما یفتح اللہ للناس من رحمۃ فلا ممسک لہا وما یمسک فلا مرسل لہ من بعد وہو العزیز الحکیم۔ یا ایھا الناس اذکروا نعمت اللہ علیکم هل من خالق غیر اللہ یرزقکم من السماء والارض لا الہ الا هو فانا تؤفکون۔ وَإِن يُكَذِّبُوكَ فَقَدْ كُذِّبَتْ رُسُلٌ مِّن قَبْلِكَ وَإِلَى اللَّهِ تُرْجَعُ الْأُمُورُ۔ يَا أَيُّهَا النَّاسُ إِنَّ وَعْدَ اللَّهِ حَقٌّ فَلَا تَغُرَّنَّكُمُ الْحَيَاةُ الدُّنْيَا وَلَا يَغُرَّنَّكُم بِاللَّهِ الْغَرُورُ۔ إِنَّ الشَّيْطَانَ لَكُمْ عَدُوٌّ فَاتَّخِذُوهُ عَدُوًّا إِنَّمَا يَدْعُو حِزْبَهُ لِيَكُونُوا مِنْ أَصْحَابِ السَّعِيرِ۔ الذین کفروا لهم عذاب شدید والذین آمنوا وعملوا الصالحات لهم مغفرۃ واجر کبیر۔ افمن زین له سوء عمله فرآہ حسنا فإن اللہ یضل من یشاء ویہدی من یشاء ولا تذهب نفسك علیہم حسرات ان اللہ علیم بما یصنعون۔ واللہ الذی ارسل الرياح فتثیر سحابا فَسُقْنَاهُ إِلَى بَلَدٍ مَيِّتٍ فَأَحْيَيْنَا بِهِ الْأَرْضَ بَعْدَ مَوْتِهَا كَذَلِكَ النُّشُورُ۔ مَنْ كَانَ يُرِيدُ الْعِزَّةَ فَلِلَّهِ الْعِزَّةُ جَمِيعًا إِلَيْهِ يَصْعَدُ الْكَلِمُ الطَّيِّبُ وَالْعَمَلُ الصَّالِحُ يَرْفَعُهُ وَالَّذِينَ يَمْكُرُونَ السَّيِّئَاتِ لَهُمْ عَذَابٌ شَدِيدٌ وَمَكْرُ أُولَئِكَ هُوَ يَبُورُ۔ رب سونے دے نام دے نال جڑا بڑا ہی رحم کرن والا تے بڑا ہی مہربان ہے۔ ساری ہی تعریفاں رب سونے واسطے نے جڑا آسماناں تے زمین دا پیدا کرن والا ہے، فرشتیاں نو قاصد بنانن والا ہے، جڑے دو دو تین تین تے چار چار پراں والے نے۔ او اللہ جو چاہے اپنی مخلوق وچ زیادہ کردا ہے، بلا شبہ اللہ ہر چیز اتے خوب قادر ہے۔ اللہ لوکاں لئی اپنی رحمت جڑی کھول دے تے کوئی اینو بند کرن والا نہیں، اور جنوں او بند کر دے تے اس تو بعد کوئی اینو کھولن والا نہیں، تے او غالب تے خوب حکمت والا ہے۔ اے لوگو اپنے اتے اللہ دی نعمتاں یاد کرو کہ اللہ دے سوا کوئی ہور بھی خالق ہے جڑا تانوں آسماناں تے زمین تو رزق دے، اے دے سوا کوئی ہور بھی سچا معبود نہیں، پھر تسی کیوں بہکائے جاندے ہو؟ اور اگر اے لوگ تانوں چٹھلاندے نے تے تواڈے تو پہلے بھی کئی رسول چٹھلائے گئے تے سب کام اللہ دی طرف ہی لوٹائے جاندے نے۔ اے لوگو بے شک اللہ دا وعدہ سچا ہے، چنانچہ تانوں دنیا دی زندگی دھوکھے دے وچ نہ پاوے تے تانوں وڈا دھوکھے باز شیطان بھی اللہ دے بارے چ دھوکھے وچ نہ پاوے۔ بے شک شیطان تہاڈا دشمن ہے، لہذا تسی اینو دشمن ہی جانو، بس او تے اپنے گروہ نو اس لیے بلاندا ہے کہ او جہنم والیاں وچوں ہو جاوے۔ جنہاں لوکاں نے کفر کیتا تے انہاں لئی سخت عذاب ہے، اور جو لوگ ایمان لے آئے تے انہاں نے نیک عمل کیتے انہاں لئی مغفرت تے بڑا ہی وڈا اجر ہے۔ کیا پھر او شخص جدے لئی ایدا عمل پیڑا عمل پرکشش بنا دیتا گیا ہوئے سو او اینو چنگا ویکھدا ہے، ہدایت یافتہ شخص کی طرح ہو سکتا ہے؟ چنانچہ بے شک اللہ جنوں چاہے گمراہ کردا ہے تے جنوں چاہے ہدایت دیندا ہے، لہذا آپ دی جان ایدے اتے افسوس کردے ہوئے نہ جاندی رہے۔ یقیناً اللہ خوب جاندا ہے جو کچھ او کردے نے، اور اللہ ہی او ذات ہے
ਜਿਹੜਾ ਹਵਾਵਾਂ ਭੇਜਦਾ ਹੈ ਤੇ ਉਹ ਬੱਦਲ ਚੁੱਕਦੀਆਂ ਨੇ ਤੇ ਅਸੀਂ ਇਹਨੂੰ ਮੁਰਦਾ ਸ਼ਹਿਰ ਦੀ ਤਰਫ ਹਾਂਕ ਲੈ ਕੇ ਜਾਂਦੇ ਹਾਂ। ਫਿਰ ਅਸੀਂ ਇਹਦੇ ਜ਼ਰੀਏ ਜ਼ਮੀਨ ਚੋਂ ਇਹਦੇ ਮੁਰਦਾ ਤੇ ਬੰਜਰ ਹੋ ਜਾਵਨ ਤੋਂ ਬਾਅਦ ਉਹਨੂੰ ਜ਼ਿੰਦਾ ਕਰਨੇ ਆ। ਇਸੇ ਤਰ੍ਹਾਂ ਇਨਸਾਨਾਂ ਦਾ ਦੁਬਾਰਾ ਜੀ ਉੱਠਣਾ ਵੀ ਹੋਏਗਾ। ਜੋ ਸ਼ਖਸ ਇੱਜ਼ਤ ਚਾਹੁੰਦਾ ਹੈ, ਬਸ ਇੱਜ਼ਤ ਤੇ ਸਾਰੀ ਦੀ ਸਾਰੀ ਅੱਲਾ ਦੇ ਵਾਸਤੇ ਵੇ। ਇसी ਤਰਫ ਪਾਕੀਜ਼ਾ ਕਲਮਾਤ ਚੜ੍ਹਦੇ ਨੇ ਤੇ ਅਮਲੇ ਸਾਲਿਆ ਇਹਨਾਂ ਨੂੰ ਉੱਤੇ ਚੁੱਕ ਲੈਂਦਾ ਹੈ। ਔਰ ਜੋ ਲੋਕ ਬੁਰੀਆਂ ਚਾਲਾਂ ਚੱਲਦੇ ਨੇ ਤੇ ਇਹਨਾਂ ਲਈ ਸਖਤ ਅਜ਼ਾਬ ਹੈ ਤੇ ਇਹਨਾਂ ਨੂੰ ਲੋਕਾਂ ਦੀ ਚਾਲ ਹੀ ਬਰਬਾਦ ਹੋ ਕੇ ਇਹਨਾਂ ਨੂੰ ਰੱਖ ਦੇਗੀ। ਇਹਨਾਂ ਆਇات ਦੇ ਵਿੱਚ ਰੱਬ ਸੋਹਣੇ ਨੇ ਇਨਸਾਨ ਨੂੰ ਮੁਖਾਤਬ ਕਰਕੇ ਇਹ ਕਿਹਾ ਕਿ ਤੁਸੀਂ ਦੁਨੀਆ ਦੀ ਜ਼ਿੰਦਗੀ ਤੁਹਾਨੂੰ ਧੋਖੇ 'ਚ ਨਾ ਪਾਏ। ਅਸਲ ਜ਼ਿੰਦਗੀ ਤੁਹਾਡੀ ਉਹ ਹੈ ਜਿਹੜੀ ਆਖਰਤ ਦੇ ਵਿੱਚ। ਔਰ ਤੁਸੀਂ ਜਦੋਂ ਆਵੋਗੇ ਤੇ ਤੁਸੀਂ ਦੇਖੋਗੇ ਕਿ ਕਿੰਨੀਆਂ ਨਿਹਮਤਾਂ ਮੈਂ ਤੁਹਾਡੇ ਵਾਸਤੇ ਛੁਪਾ ਕੇ ਰੱਖੀਆਂ ਨੇ, ਜਿਹੜਾ ਕੋਈ ਇਨਸਾਨੀ ਜ਼ੇਨ 'ਚੋਂ ਨਾ ਕਦੀ ਉਹ ਆਈਆਂ ਤੇ ਨਾ ਕਿਸੇ ਅੱਖ ਨੇ ਵੇਖੀਆਂ ਤੇ ਨਾ ਕਿਸੇ ਕੰਨ ਨੇ ਸੁਣੀਆਂ। ਤੇ ਇਹ ਸ਼ੈਤਾਨ ਤੁਹਾਨੂੰ ਬਹਿਕਾ ਨਾ ਦੇਵੇ ਤੇ ਇਹ ਆਖਰਤ ਜਿਹੜੀ ਇਹ ਤੁਹਾਡੇ ਕੋਲ ਖੋ ਨਾ ਲੇ ਤੇ ਤੁਸੀਂ ਇਹਦੇ ਕੋਲ ਹੁਸ਼ਿਆਰ ਰਹੋ। ਤੇ ਫਿਰ ਰੱਬ ਸੋਹਣੇ ਨੇ ਆਖਿਆ ਕਿ ਭੈੜੇ ਅਮਲ ਖੁਸ਼ਨੁਮਾ ਕਰਾ ਕੇ ਦਿਖਾਉਂਦਾ ਹੈ ਤਾਂ ਕਿ ਆਪਣੇ ਨਾਲ ਜਹੰਨਮ ਨੂੰ ਭਰੇ ਮੇਰੇ ਬੰਦਿਆਂ ਦੇ ਨਾਲ। ਤੇ ਇਸ ਤਰ੍ਹਾਂ ਹਵਾਵਾਂ ਦਾ ਜ਼ਿਕਰ ਕੀਤਾ ਹੈ ਕਿ ਤੁਸੀਂ ਗੌਰ ਕਰੋ ਕਿ ਕਿਸ ਤਰ੍ਹਾਂ ਅਸੀਂ ਹਵਾਵਾਂ ਚਲਾਉਂਦੇ ਹਾਂ। ਫਿਰ ਬੱਦਲਾਂ ਨੂੰ ਉਹ ਚੁੱਕਦੀਆਂ ਨੇ, ਫਿਰ ਬੱਦਲਾਂ ਨੂੰ ਟੁਕੜੇ ਟੁਕੜੇ ਕਰਕੇ ਬਿਖੇਰ ਦਿੰਦੀਆਂ ਨੇ, ਫਿਰ ਉਹ ਭਾਰੀ ਹੁੰਦੇ ਨੇ, ਫਿਰ ਉਹਨਾਂ 'ਚੋਂ ਪਾਣੀ ਤੇ ਔਲੇ ਬਣਦੇ ਨੇ, ਫਿਰ ਜਿੱਥੇ ਅਸੀਂ ਚਾਹੁੰਦੇ ਹਾਂ ਤੇ ਉਹਨੂੰ ਮੁਰਦਾ ਜ਼ਮੀਨ ਉੱਤੇ ਬਰਸਾਉਂਦੇ ਹਾਂ। ਇਸੇ ਤਰ੍ਹਾਂ ਅਸੀਂ ਇਨਸਾਨਾਂ ਨੂੰ ਦੁਬਾਰਾ ਤੋਂ ਐਸੇ ਮੁਰਦਾ ਜ਼ਮੀਨ ਤੋਂ ਖਤਮ ਹੋ ਜਾਣ ਤੋਂ ਬਾਅਦ ਪੈਦਾ ਕਰ ਦਿਆਂਗੇ। ਤੇ ਰੱਬ ਸੋਹਣੇ ਵਾਸਤੇ ਹੀ ਸਾਰੀ ਇੱਜ਼ਤ ਹੈ। ਤੇ ਜਿਹੜਾ ਇੱਜ਼ਤ ਚਾਹੁੰਦਾ ਹੈ ਉਹ ਬਸ ਰੱਬ ਸੋਹਣੇ ਕੋਲੋਂ ਇੱਜ਼ਤ ਮੰਗੇ, ਕਿਉਂਕਿ ਹਰ ਸ਼ੈ ਜਿਹੜੀ ਹੈ ਉਹ ਰੱਬ ਵੱਲ ਹੀ ਜਾਂਦੀ ਹੈ। ਤੇ ਜਦੋਂ ਤੁਸੀਂ ਪਾਕੀਜ਼ਾ ਕਲਮਾਤ ਪੜ੍ਹਦੇ ਹੋ ਤੇ ਉਹ ਰੱਬ ਵੱਲ ਜਾਂਦੇ ਨੇ ਤੇ ਤੁਹਾਡੇ ਜਿਹੜੇ ਅਮਲ ਸਾਲਿਆ ਹੁੰਦੇ ਨੇ ਨਾ, ਜਿਹੜੇ ਚੰਗੇ ਕੰਮ ਕਰਦੇ ਹੋ, ਉਹ ਉਹਨੂੰ ਮਜ਼ੀਦ ਉੱਤੇ ਲੈ ਕੇ ਜਾਂਦੇ ਨੇ। ਤੇ ਤੁਸੀਂ ਅੱਲਾਹ ਤਾਲਾ ਦਾ ਜ਼ਿਕਰ ਵੀ ਕਰਿਆ ਕਰੋ ਤੇ ਨਾਲ ਚੰਗੇ ਕੰਮ ਵੀ ਕਰਿਆ ਕਰੋ ਤਾਂ ਕਿ ਤੁਹਾਡੇ ਅਮਲ ਜਿਹੜੇ ਨਾ ਉਹ ਜਲਦੀ ਨਾਲ ਅਸਮਾਨਾਂ ਤੇ ਚੜ੍ਹ ਕੇ ਤੇ ਰੱਬ ਸੋਹਣੇ ਦੀ ਬਾਰਗਾਹ ਦੇ ਵਿੱਚ ਕਬੂਲ ਹੋਣ। वल्लाहु खलक़कुम मिन तुराबिन सुम्मा मिन नुत्फ़तिन सुम्मा जअलकुम अज़वाजा वमा तहमिलु मिन उन्सा वला तज़ाउ इल्ला बिइल्मिहि वमा युअम्मरु मिन मुअम्मरिन वला यनक़ुसु मिन उमरिहि इल्ला फ़ी किताब इन्ना ज़ालिका अलल्लाहि यसीर वमा यस्तविल बहरानि हाज़ा अज़बुन फ़रातुन साइग़ुन शराबुहु व हाज़ा मिल्हुन उजाज व मिन कुल्लि ताकुलूना लहमन तरिय्यम व तस्तख़रिजूना हिल्यतन तलबसूनहा व तरल फुल्का फ़ीहि मवाख़िरा लितब्तगू मिन फ़ज़लिहि व लअल्लकुम तशकुरून यूलिजुल लैला फ़िन नहारि व यूलिजुन नहार फ़िल लैल व सख़्ख़र अश-शम्स वल क़मरा कुल्लुन यजरी लिअजलिन मुसम्मा ज़ालिकुमुल्लाहु रब्बुकुम लहुल मुल्क वल्लज़ीना तदऊना मिन दूनिही मा यमलिकूना मिन क़ित्मीर इन तदऊहुम ला यस्मऊ दुआअकुम वलौ समिऊ मा अस्तजाबू लकुम व यौमल क़ियामति यकफ़ुरूना बिशिर्किकुम वला युनब्बिउका मिस्लु ख़बीर या अय्युहन्नासु अंतुमुल फ़ुक़रा इलल्लाहि वल्लाहु हुवल गनियुल हमीद इन यशा युज़हिबकुम व याति बिख़ल्क़िन जदीद व मा ज़ालिका अलल्लाहि बिअज़ीज़ वला ताज़िरु वाज़िरतुन विज़रा उख़रा व इन तदउ मुस्क़लतुन इला हिमलिहा ला युहमल मिन्हु शैउन वलौ कान ज़ा क़ुरबा इन्नमा तुनज़िरु लज़ीना यख़शौना रब्बहुम बिलग़ैबि व अक़ामुस्सलात व मन तज़क्का फ़इन्नमा यतज़क्का लिनफ़्सिहि व इलल्लाहिल मसीर वमा यस्तविल आमा वल बसीर वल ज़ुलुमातो वल नूर। और अल्लाह ही ने ਤੁਹਾਨੂੰ ਮਿੱਟੀ ਤੋਂ ਪੈਦਾ ਕੀਤਾ ਹੈ, ਫਿਰ ਨੁਤਫੇ ਨਾਲ, ਫਿਰ ਇਹਨੇ ਤੁਹਾਡੇ ਜੋੜੇ ਜੋੜੇ ਬਣਾਇਆ ਤੇ ਜੋ ਵੀ ਮਾਦਾ ਹਾਮਲਾ ਹੁੰਦੀ ਏ ਤੇ ਬੱਚਾ ਪੈਦਾ ਕਰਦੀ ਏ ਇਹਨੂੰ ਇਹਦਾ ਇਲਮ ਹੁੰਦਾ ਹੈ। ਔਰ ਵੱਡੀ ਉਮਰ ਵਾਲੇ ਨੂੰ ਉਮਰ ਦਿੱਤੀ ਜਾਂਦੀ ਏ ਜਾਂ ਇਹਦੀ ਉਮਰ ਕਮ ਕਰ ਦਿੱਤੀ ਜਾਂਦੀ ਏ, ਉਹ ਇੱਕ ਕਿਤਾਬ ਲੋਹੇ ਮਹਿਫੂਜ਼ ਦੇ ਵਿੱਚ ਦਰਜ ਏ। ਬਿਲਾ ਸ਼ੁਬਾ ਇਹ ਗੱਲ ਅੱਲਾਹ ਉਤੇ ਬੜੀ ਆਸਾਨ ਹੈ। और दो वो बराबर नहीं, एक मिठा खूब मिठा पीन वाला खुशगवार है और ए दूजा खारा सख्त कड़वा। और हर एक दे विच तुसी ताज़ा गोश्त मछली खांदे हो ते जेवर कढ़दे हो जिन्हां नूं तुसी पांदे हो और तुसी इस दरिया दे विच पानी नूं फाड़ के चलण वालियां कश्तियां वेखदे हो ताकि तुसी इस रब सोने दा फजल तलाश करो, ताकि तुसी शुक्र करो। ਉਹ ਰਾਤ ਨੂੰ ਦਿਨ ਵਿੱਚ ਦਾਖਲ ਕਰਦਾ ਹੈ ਤੇ ਦਿਨ ਨੂੰ ਰਾਤ ਦੇ ਵਿੱਚ ਦਾਖਲ ਕਰਦਾ ਹੈ। ਇਹਨੇ ਸੂਰਜ ਤੇ ਚੰਨ ਨੂੰ ਕੰਮ ਉੱਤੇ ਲਾਇਆ ਹੋਇਆ ਹੈ ਤੇ ਹਰ ਇੱਕ ਮੁਕਰਰਾ ਵਕਤ ਤੱਕ ਚੱਲ ਰਿਹਾ ਹੈ।
ਇਹੋ ਅੱਲਾਹ ਤੁਹਾਡਾ ਰੱਬ ਏ ਤੇ ਇਹਦੀ ਬਾਦਸ਼ਾਹੀ ਏ, ਔਰ ਜਿਨ੍ਹਾਂ ਨੂੰ ਤੁਸੀਂ ਇਹਦੇ ਸਿਵਾ ਪੁਕਾਰਦੇ ਹੋ ਉਹ ਤੇ ਖਜੂਰ ਦੀ ਗਠਲੀ ਦੀ ਬਾਰੀਕ ਝਿੱਲੀ ਦੇ ਬਰਾਬਰ ਵੀ ਇਖਤਿਆਰ ਨਹੀਂ ਰੱਖਦੇ। ਅਗਰ ਤੁਸੀਂ ਇਹਨਾਂ ਨੂੰ ਪੁਕਾਰੋ ਤੇ ਉਹ ਤੁਹਾਡੀ ਪੁਕਾਰ ਵੀ ਨਹੀਂ ਸੁਣਨਗੇ, ਔਰ ਅਗਰ ਉਹ ਸੁਣ ਵੀ ਲੈਣ ਤੇ ਉਹ ਤੁਹਾਨੂੰ ਜਵਾਬ ਨਹੀਂ ਦੇਣਗੇ, ਤੇ ਕਿਆਮਤ ਦੇ ਦਿਨ ਉਹ ਤੁਹਾਡੇ ਇਸ ਸ਼ਿਰਕ ਦਾ ਇਨਕਾਰ ਕਰ ਦੇਣਗੇ, ਔਰ ਕੋਈ ਤੁਹਾਡੇ ਕੋਲੋਂ ਖੂਬ ਬਾਖਬਰ ਅੱਲਾਹ ਦੇ ਮਾਨਦ ਖਬਰ ਨਹੀਂ ਦੇਵੇਗਾ। ਐ ਲੋਕੋ, ਤੁਸੀਂ ਸਭ ਅੱਲਾਹ ਦੇ ਮੁਤਾਜ ਹੋ, ਔਰ ਅੱਲਾਹ ਹੀ ਬਿਲਕੁਲ ਬੇਨਿਆਜ਼ ਹੈ ਤੇ ਉਹ ਕਾਬਲੇ ਤਾਰੀਫ ਹੈ। ਅਗਰ ਉਹ ਚਾਹੇ ਤੇ ਤੁਹਾਨੂੰ ਲੈ ਜਾਵੇ ਤੇ ਫਨਾ ਕਰ ਦੇ, ਔਰ ਤੁਹਾਡੀ ਜਗ੍ਹਾ ਇੱਕ ਨਈ ਮਖਲੂਕ ਲੈ ਆਵੇ, ਤੇ ਅੱਲਾਹ ਲਈ ਇਹ ਗੱਲ ਕੁਝ ਵੀ ਮੁਸ਼ਕਿਲ ਨਹੀਂ। ਔਰ ਕੋਈ ਬੋਝ ਚੁੱਕਣ ਵਾਲਾ ਦੂਸਰੇ ਦਾ ਬੋਝ ਨਹੀਂ ਚੁੱਕੇਗਾ, ਔਰ ਅਗਰ ਕੋਈ ਬੋਝ ਲੱਦਿਆ ਸ਼ਖਸ ਆਪਣਾ ਬੋਝ ਚੁੱਕਣ ਵਾਸਤੇ ਬੁਲਾਏਗਾ ਤੇ ਇਸ ਬੋਝ ਵਾਲੇ ਕੋਲੋਂ ਕੁਝ ਵੀ ਉਹ ਦੂਸਰਾ ਬੰਦਾ ਨਹੀਂ ਲਵੇਗਾ, ਅਗਰਚੇ ਉਹ ਰਿਸ਼ਤੇਦਾਰ ਹੀ ਹੋਵੇ। ਬਸ ਤੁਸੀਂ ਤੇ ਉਹਨਾਂ ਲੋਕਾਂ ਨੂੰ ਡਰਾਉਂਦੇ ਹੋ ਜਿਹੜੇ ਆਪਣੇ ਰੱਬ ਤੋਂ ਬਿੰਦ ਵੇਖੇ ਡਰਦੇ ਨੇ ਤੇ ਉਹ ਨਮਾਜ਼ ਕਾਇਮ ਕਰਦੇ ਨੇ, ਔਰ ਜੋ ਪਾਕ ਹੋਇਆ ਤੇ ਉਹ ਆਪਣੇ ਲਈ ਹੀ ਪਾਕ ਹੋਇਆ, ਤੇ ਸਭ ਨੂੰ ਅੱਲਾਹ ਹੀ ਦੀ ਤਰਫ ਲੌਟ ਕੇ ਜਾਣਾ ਹੈ। ਔਰ ਅੰਨਾ ਤੇ ਵੇਖਣ ਵਾਲਾ ਬਰਾਬਰ ਨਹੀਂ ਹੋ ਸਕਦੇ, ਤੇ ਨਾ ਹਨੇਰਾ ਤੇ ਨਾ ਰੋਸ਼ਨੀ। ਇਹਨਾਂ ਆਇات ਦੇ ਵਿੱਚ ਰੱਬ ਸੋਹਣੇ ਨੇ ਇੱਕ ਬੜੀ ਸੋਹਣੀ ਮਿਸਾਲ ਦਿੱਤੀ ਹੈ ਕਿ ਇੱਕ ਦਰਿਆ ਹੈ ਜਿਹਦੇ ਦਰਮਿਆਨ 'ਚ ਇੱਕ ਆੜ ਹੈ। ਇੱਕ ਪਾਸੇ ਉਹਦਾ ਬਹੁਤ ਹੀ ਮਿੱਠਾ ਪਾਣੀ ਹੈ ਤੇ ਇੱਕ ਪਾਸੇ ਉਹਦਾ ਬਹੁਤ ਹੀ ਕੜਵਾ ਤੇ ਕਸੀਲਾ ਪਾਣੀ ਹੈ। ਤੇ ਰੱਬ ਸੋਹਣਾ ਆਖਦਾ ਹੈ ਕਿ ਤੁਹਾਡੇ ਵੀ ਜਿਨ੍ਹਾਂ ਨੂੰ ਤੁਸੀਂ ਰੱਬ ਦੇ ਸਿਵਾ ਬੁਲਾਉਂਦੇ ਹੋ ਕਿ ਐਸੀ ਕੋਈ ਚੀਜ਼ ਪੈਦਾ ਕਰ ਸਕਦਾ ਹੈ, ਤੇ ਉਹਦੇ ਵਿੱਚ ਫਿਰ ਤੁਸੀਂ ਤਾਜ਼ਾ ਗੋਸ਼ਤ ਤੇ ਮੱਛਲੀ ਜਿਹੜੀ ਹੈ ਉਹ ਖਾਂਦੇ ਹੋ, ਜ਼ੇਵਰ ਕੱਢਦੇ ਹੋ ਜਿਹਨੂੰ ਤੁਸੀਂ ਪਾਉਂਦੇ ਹੋ। ਫਿਰ ਤੁਸੀਂ ਕਸ਼ਤੀਆਂ ਵੇਖੋ, ਉਹ ਫਾੜਦੀਆਂ ਨੇ ਪਾਣੀ ਨੂੰ ਤੇ ਤੁਹਾਨੂੰ ਇੱਕ ਜਗ੍ਹਾ ਤੋਂ ਲੈ ਕੇ ਦੂਜੀ ਜਗ੍ਹਾ ਪਹੁੰਚਾਦੀਆਂ ਨੇ, ਤੇ ਤੁਸੀਂ ਰੱਬ ਸੋਹਣੇ ਦਾ ਫਜ਼ਲ ਤਲਾਸ਼ ਕਰਦੇ ਹੋ। ਤੇ ਫਿਰ ਰਾਤ ਔਰ ਦਿਨ ਦੀ ਮਿਸਾਲ ਦਿੱਤੀ ਹੈ, ਤੇ ਫਿਰ ਇਹ ਮਿਸਾਲ ਦਿੱਤੀ ਹੈ ਜਿਹਨੂੰ ਰੱਬ ਦੇ ਸਿਵਾ ਤੁਸੀਂ ਬੁਲਾਉਂਦੇ ਹੋ, ਉਹ ਜਿਹੜੀ ਖਜੂਰ ਦੀ ਅੰਦਰ ਦੀ ਗਿਟਕ ਹੁੰਦੀ ਹੈ ਨਾ, ਉਹਦੇ ਅੰਦਰ ਜਿਹੜੀ ਝਿੱਲੀ ਹੁੰਦੀ ਹੈ ਉਹਨਾਂ ਵੀ ਇਖਤਿਆਰ ਨਹੀਂ ਰੱਖਦੇ। ਰੱਬ ਸੋਹਣਾ ਆਖਦਾ ਹੈ ਅਗਰ ਸਾਰੀ ਦੁਨੀਆ ਮਿਲ ਕੇ, ਸਾਰੀ ਦੁਨੀਆ ਦੇ ਇਨਸਾਨ ਤੇ ਜਿੰਨ ਮਿਲ ਕੇ ਕਿਸੇ ਇਨਸਾਨ ਨੂੰ ਇੱਕ ਜ਼ਰਾ ਬਰਾਬਰ ਮੱਖੀ ਦੇ ਪਰ ਦੇ ਬਰਾਬਰ ਫਾਇਦਾ ਦੇਣਾ ਚਾਹਣ ਔਰ ਰੱਬ ਦੇਣਾ ਨਾ ਚਾਹੇ ਤੇ ਉਹ ਨਹੀਂ ਦੇ ਸਕਦੇ, ਸਿਰਫ ਉਹਨਾਂ ਹੀ ਦੇਣਗੇ ਜਿੰਨਾ ਉਹਦੀ ਤਕਦੀਰ 'ਚ ਰੱਬ ਨੇ ਲਿਖਿਆ ਹੈ। ਤੇ ਇਸੇ ਤਰ੍ਹਾਂ ਅਗਰ ਸਾਰੀ ਦੁਨੀਆ ਦੇ ਇਨਸਾਨ ਤੇ ਜਿੰਨ ਮਿਲ ਕੇ ਉਹਨੂੰ ਨੁਕਸਾਨ ਪਹੁੰਚਾਉਣ ਚਾਹਣ, ਇੱਕ ਮੱਖੀ ਦੇ ਪਰ ਦੇ ਤੋਂ ਵੀ 10ਵਾਂ ਹਿੱਸਾ ਤੇ ਉਹਨਾਂ ਹੀ ਨੁਕਸਾਨ ਪਹੁੰਚਾ ਸਕਦੇ ਨੇ ਜਿੰਨਾ ਰੱਬ ਸੋਹਣੇ ਨੇ ਉਹਦੀ ਤਕਦੀਰ 'ਚ ਲਿਖਿਆ ਹੈ। ਜਦੋਂ ਰੱਬ ਸੋਹਣਾ ਹੀ ਸਭ ਕੁਝ ਹੈ ਤੇ ਫਿਰ ਸ਼ਰੀਕ ਕੈਸੇ, ਫਿਰ ਦੂਸਰਿਆਂ ਦੇ ਸ਼ਿਕਵੇ ਗਿਲੇ ਕੈਸੇ? ਤੇ ਸਾਨੂੰ ਹਮੇਸ਼ਾ ਉਹਦੇ ਕੋਲ ਹੀ ਡਰ ਕੇ ਆਪਣੀ ਜ਼ਿੰਦਗੀ ਨੂੰ ਗੁਜ਼ਾਰਨਾ ਚਾਹੀਦਾ ਹੈ, ਤੇ ਐਸੇ ਹੀ ਅਮਲ ਕਰਨੇ ਚਾਹੀਦੇ ਨੇ ਜਿਹੜੇ ਰੱਬ ਸੋਹਣੇ ਨੂੰ ਬਹੁਤ ਚੰਗੇ ਲੱਗਦੇ। ਅੱਲਾਹ ਤਾਲਾ ਸਾਨੂੰ ਚੰਗੇ ਅਮਾਲ ਕਰਨ ਵਾਲਾ ਬਣਾਏ ਤੇ ਆਪਣੇ ਫਰਮਾਬਰਦਾਰ ਬੰਦਿਆਂ ਦੇ ਵਿੱਚ ਸ਼ਾਮਲ ਕਰੇ, ਔਰ ਸਾਡੇ ਕੋਲ ਉਹ ਸਾਰੇ ਕੰਮ ਕਰਾਏ ਜਿਹੜੇ ਉਹਨੂੰ ਪਸੰਦ ਹੋਣ।